ਕਿਸੇ ਦੇ ਬੱਚੇ ਲੱਭੇ, ਕਿਸੇ ਦੇ ਬੱਚੇ ਨਹੀਂ ਲੱਭੇ। ਕਈ ਲੋਕ ਪੈਦਲ ਚੱਲਦੇ ਰਹੇ, ਕਈ ਕਬੀਲਿਆਂ ਵਿੱਚ ਆ ਕੇ ਉੱਥੋਂ ਦੀ ਪਾਕਿਸਤਾਨ ਤੋਂ ਹਿੰਦੁਸਤਾਨ ਤੱਕ ਆਉਂਦੇ ਰਹੇ। ਆਲਮੋਸਟ ਉਸ ਟਾਈਮ ਜਿਹੜੀ ਵੰਡ ਹੋਈ ਸੀ ਧਰਮ ਦੇ ਆਧਾਰ ਤੇ। ਇਹ ਸੀ ਵੀ ਸਾਰਾ ਕਿਉਂਕਿ ਮੁਸਲਿਮ ਲੀਗ ਦੀ ਡਿਮਾਂਡ ਸੀ ਕਿ ਆਪਾਂ ਨੂੰ ਇੱਕ ਮੁਸਲਿਮ ਨੇਸ਼ਨ ਚਾਹੀਦਾ ਹੈ। ਉਹਨਾਂ ਨੇ ਆਪਣੇ ਵਾਸਤੇ ਪਾਕਿਸਤਾਨ ਮੰਗਿਆ, ਲੇਕਿਨ ਹਿੰਦੂ ਪਾਕਿਸਤਾਨ ਤੋਂ ਟੋਟਲੀ ਖਾਲੀ ਹੋ ਕੇ ਇੱਧਰ ਆਉਣਾ ਸ਼ੁਰੂ ਹੋ ਗਿਆ। ਕਈ ਲੋਕਾਂ ਨੇ ਆਪਣੀਆਂ ਕੁੜੀਆਂ, ਆਪਣੀਆਂ ਧੀਆਂ, ਆਪਣੀਆਂ ਨੂੰਹਾਂ ਆਪਣੇ ਹੱਥੋਂ ਮਾਰੀਆਂ। चित्र देखोगे थोड़ी अखा हंझू आ जाएंगे। ऐसे कई जी मावां दी फोटोआं ने जिहड़े बेचारे अपने बच्चे बड़ी मुश्किल नाल पाल रही हैं, क्योंकि कहते हैं जी जनरेशन अपना इतिहास भुल जाती है, खत्म हो जाती है। तो साडी जनरेशन को अपना इतिहास पता रहे। रस्ते ट्रेन रोक ली, 300 कुड़ियां जिहड़ियां 13 साल तो लैके और 30 साल दी कुड़ियां सीगियां सब उन्होंने कट लिया विचों। उसदे बाद जिहड़े बाकी बंदे सारे मारते। वो कहते मैं ते मेरा चाचा आप लाश के पिछे लुक गए सी, लाश के पिछे दब गए सी, इस कारण बच के आप हिंदुस्तान पहुंचे हैं। स्वागत है, तुसी देख रहे हो हमदर्द टीवी। जिवें कि सारे जानते हैं कि 14 ਤੇ 15 अगस्त ਦਾ ਸਾਡੇ ਸਮਾਜ ਦੇ ਨਾਲ ਸਾਡੇ ਵੰਡ ਹੋਈ ਸੀ। ਜਿਸ ਸਮੇਂ 14 ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ ਆਜ਼ਾਦੀ ਦਾ ਤੇ 15 ਨੂੰ ਜਿਹੜਾ ਪੰਜਾਬ ਦੇ ਵਿੱਚ ਮਨਾਇਆ ਜਾਂਦਾ, ਜਿਸ ਦੇ ਵਿੱਚ ਬਟਵਾਰੇ ਦੇ ਵਿੱਚ ਦੋ ਜਿਹੜੇ ਦੇਸ਼ ਬਣੇ ਸੀ, ਜਿਸ ਦੇ ਵਿੱਚ ਬਹੁਤ ਹੱਦ ਤੱਕ ਲੋਕਾਂ ਦਾ ਨੁਕਸਾਨ ਵੀ ਹੋਇਆ ਸੀ। ਕੁਝ ਜਿਹੜੇ ਲੋਕ ਉੱਧਰ ਹੀ ਰਹਿ ਗਏ, ਸਕੇ ਝੇਤੇ ਵੀ ਉੱਧਰ ਰਹਿ ਗਏ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਹੁਣ ਜਿਹੜੇ ਮਿਲਾਪ ਹੋ ਰਹੇ ਨੇ ਕਈ 70 ਸਾਲਾਂ ਬਾਅਦ ਵੀ ਹੋ ਰਹੇ ਨੇ। ਤਾਂ ਜਿਸ ਦਾ ਅਸੀਂ ਅੱਜ 17 ਸੈਕਟਰ ਦੇ ਵਿੱਚ ਤੁਸੀਂ ਫੋਟੋ ਦੇਖ ਰਹੇ ਜਿੱਥੇ ਅੱਜ ਦਿਵਸ ਮਨਾਇਆ ਜਾ ਰਿਹਾ, ਕਿ ਉਹ ਦਿਨ ਤਾਂ ਸਾਰਿਆਂ ਨੂੰ ਯਾਦ ਹੋਣਾ ਜਿਸ ਦਿਨ ਆਜ਼ਾਦੀ ਦਾ ਜੋ ਇੱਕ ਹੋਇਆ ਸੀ। ਤਾਂ ਉਸ ਤੋਂ ਬਾਅਦ ਕੀ ਦੁਖਦਾਈ ਤਸਵੀਰਾਂ ਸਾਡੇ ਨਾਲ। ਸਰ ਕੀ ਨਾਮ ਕੀ ਤੁਹਾਡਾ ਜੀ? ਸ਼ਕਤੀ ਦੇਵਸ਼ਾਲੀ। ਸਰ ਅੱਜ ਜੋ ਸਮਾਰੋਹ ਇੱਥੇ ਮਨਾਇਆ ਜਾ ਰਿਹਾ, ਇਸ ਦਾ ਮੁੱਖ ਮਕਸਦ ਕੀ ਹੈਗਾ? ਤਸਵੀਰਾਂ ਵੀ ਬਿਆਨ ਕਰ ਰਹੀਆਂ ਨੇ ਉਸ ਸਮੇਂ ਜੋ ਦੇਸ਼ਾਂ ਦੇ ਵਿੱਚ ਜੋ ਵੰਡ ਸਮੇਂ ਹੋਇਆ ਸੀ। ਅੱਜ ਜਿਹੜਾ ਪ੍ਰੋਗਰਾਮ ਅਸੀਂ ਕੀਤਾ ਤਾਂ ਮੇਨ ਜਿਹੜਾ ਮਕਸਦ ਹੈ ਉਹ ਹੈ ਕਿ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਇਹ ਪਤਾ ਲੱਗੇ ਕਿ ਸਾਡਾ ਹਿੰਦੁਸਤਾਨ ਕਿਹੜੇ ਟਾਈਮ ਤੋਂ ਬੀਤ ਕੇ ਪਾਸ ਹੋਇਆ, ਕਿਸ ਤਰ੍ਹਾਂ ਆਪਾਂ ਦੁਬਾਰਾ ਇੱਕ ਬਹੁਤ ਵੱਡਾ ਦੇਸ਼, ਪਾਵਰਫੁਲ ਦੇਸ਼ ਬਣੇ ਆ। ਅਸੀਂ ਪਹਿਲਾਂ ਸਾਰਾ ਹਿੰਦੁਸਤਾਨ ਇੱਕ ਸੀ, ਜੁਆਇੰਟ ਇੰਡੀਆ। ਉਹਦੇ ਬਾਅਦ ਇਹ ਜਿਹੇ ਕਿਹੜੇ ਮੌਕੇ ਆਏ, ਕਿਆ ਇਹ ਜੀ ਕੋਈ ਪੋਲੀਟੀਕਲ ਕੰਪਲਸ਼ਨਸ ਆਈਆਂ ਜਿਹਦੇ ਕਾਰਨ ਦੇਸ਼ ਜਿਹੜਾ ਉਹਦੇ ਦੋ ਵੰਡਾਂ ਹੋਈਆਂ। ਔਰ ਵੰਡ ਦੇ ਵਿੱਚ ਜੋ ਨੁਕਸਾਨ ਹੋਇਆ ਤੁਸੀਂ ਦੇਖੋ, ਲਗਭਗ 1.5 ਕਰੋੜ ਲੋਕੀ ਜਿਹੜੇ ਉਸ ਤੋਂ ਪਹਿਲਾਂ ਘਰਾਂ ਸੀ, ਮਹਿਲਾਂ ਰਹਿੰਦੇ ਸੀ, ਹਵੇਲੀਆਂ ਰਹਿੰਦੇ ਸੀ, ਉਹ ਸਾਰੇ ਲੋਕ ਇੱਕ ਰਾਤ ਦੇ ਵਿੱਚ ਰਿਫਿਊਜੀ ਬਣ ਗਏ। ਮੁੜ ਕੇ ਟੈਂਟਾਂ ਰਹਿਣ ਲੱਗ ਪਏ। ਕਿਸੇ ਦੇ ਬੱਚੇ ਲੱਭੇ, ਕਿਸੇ ਦੇ ਬੱਚੇ ਨਹੀਂ ਲੱਭੇ। ਕਈ ਲੋਕ ਪੈਦਲ ਚੱਲਦੇ ਰਹੇ, ਕਈ ਕਬੀਲਿਆਂ ਵਿੱਚ ਆ ਕੇ ਉੱਥੋਂ ਦੀ ਪਾਕਿਸਤਾਨ ਤੋਂ ਹਿੰਦੁਸਤਾਨ ਤੱਕ ਆਉਂਦੇ ਰਹੇ। ਕਈ ਲਾਸ਼ਾਂ ਦੀਆਂ ਟ੍ਰੇਨਾਂ ਭਰ ਕੇ ਆਈਆਂ। ਤੇ ਇਹ ਸਾਰਾ ਜਿਹੜਾ ਉਸ ਟਾਈਮ ਜਿਹੜਾ ਸਾਡੇ ਇੰਨਾ ਖਤਰਨਾਕ, ਇੰਨਾ ਡਰਾਵਨਾ ਜਿਹੜਾ ਉਹ ਦ੍ਰਿਸ਼ ਸੀਗਾ, ਉਹ ਸਾਰਾ ਅੱਜ ਦੀ ਪੀੜ੍ਹੀ ਨੂੰ, ਅੱਜ ਦੀ ਜਨਤਾ ਨੂੰ ਦਿਖਾਉਣ ਦਾ ਸਾਡਾ ਮਕਸਦ ਹੈ, ਤਾਂ ਕਿ ਲੋਕਾਂ ਨੂੰ ਆਪਣੇ ਇਤਿਹਾਸ ਨਾਲ ਲੋਕੀ ਜਿਹੜੇ ਉਹਦੇ ਨਾਲ ਟੱਚ ਰਹਿਣ। ਉਸ ਮੰਜ਼ਰ ਦੇ ਵਿੱਚ ਕਈਆਂ ਦੇ ਵਿਛੜੇ ਉੱਧਰ ਰਹਿ ਗਏ, ਭਰਾ ਉੱਧਰ ਰਹਿ ਗਏ, ਮਾਵਾਂ ਉੱਧਰ ਰਹਿ ਗਈਆਂ, ਬੱਚੇ ਇੱਧਰ ਆ ਗਏ, ਕਿਉਂਕਿ ਸਮਾਂ ਹੀ ਅਜਿਹਾ ਸੀ ਜਿਹੜਾ ਜਿੱਥੇ ਸੀ ਉੱਥੇ ਦਾ ਉੱਥੇ ਹੀ ਰਹਿ ਗਿਆ। ਇਹ ਤਸਵੀਰਾਂ ਦਾ ਥੋੜਾ ਮਹੱਤਵ ਦੱਸੋ ਜਿਹੜਾ ਇਹ ਬਿਆਨ ਕਰੇ, ਕਿਉਂਕਿ ਨਵੀਂ ਜਨਰੇਸ਼ਨ ਨੂੰ ਇਹ ਨਹੀਂ ਪਤਾ ਕਿ ਜਿਹੜੀਆਂ ਤਸਵੀਰਾਂ ਨੇ ਉਹ ਸੋਚਦੇ ਖਰੇ ਕਿੰਨੀਆਂ ਕੁ ਪੁਰਾਣੀਆਂ ਹੋਣਗੀਆਂ, ਪਰ ਜ਼ਿਆਦਾ ਪੁਰਾਣੀਆਂ ਨਹੀਂ ਹੈਗੀਆਂ। ਇਹ ਜਿਹੜੀਆਂ ਸਾਰੀਆਂ ਜਿਹੜੀ ਫੋਟੋਗ੍ਰਾਫ ਹੈਗੀਆਂ 47 ਦੀਆਂ ਨੇ। 4 ਜੂਨ 1947 ਜਿਹੜਾ ਹੋਇਆ ਪ੍ਰੈਸ ਕਾਨਫਰੰਸ ਹੋਈ, ਜਦੋਂ ਇਹ ਹੋਇਆ ਕਿ ਵੀ ਹਾਂ 14 ਅਗਸਤ ਨੂੰ ਪਾਕਿਸਤਾਨ ਅਲੱਗ ਬਣ ਜਾਏਗਾ, 15 ਅਗਸਤ ਨੂੰ ਹਿੰਦੁਸਤਾਨ ਬਣ ਜਾਏਗਾ। ਉਹਦੇ ਬਾਅਦ ਜਿਹੜੀ ਜਨਤਾ ਸੀ ਆਮ, ਜਿਹਨੂੰ ਕੋਈ ਮਤਲਬ ਨਹੀਂ ਸੀ ਇਸ ਗੱਲ ਨਾਲ, ਜਿਹੜੇ ਸਕੂਨ ਨਾਲ ਰਹਿੰਦੇ ਸੀ, ਉਹਨਾਂ ਵਿੱਚ ਇੱਕਦਮ ਤੋਂ ਭਜਦੜ ਮਚ ਗਈ ਵੀ ਆਪਾਂ ਹਿੰਦੁਸਤਾਨ 'ਚ ਜਾਣਾ ਹੈ ਕਿ ਪਾਕਿਸਤਾਨ ਜਾਣਾ ਹੈ। ਆਲਮੋਸਟ ਉਸ ਟਾਈਮ ਜਿਹੜੀ ਵੰਡ ਹੋਈ ਸੀ ਧਰਮ ਦੇ ਆਧਾਰ ਤੇ। ਇਹ ਸੀ ਵੀ ਸਾਰਾ ਕਿਉਂਕਿ ਮੁਸਲਿਮ ਲੀਗ ਦੀ ਡਿਮਾਂਡ ਸੀ ਕਿ ਆਪਾਂ ਨੂੰ ਇੱਕ ਮੁਸਲਿਮ ਨੇਸ਼ਨ ਚਾਹੀਦਾ ਹੈ। ਉਹਨਾਂ ਨੇ ਆਪਣੇ ਵਾਸਤੇ ਪਾਕਿਸਤਾਨ ਮੰਗਿਆ। ਤੇ ਸਾਰੇ ਹਿੰਦੁਸਤਾਨ ਤੋਂ ਜਿਹੜੇ ਪਾਕਿਸਤਾਨ ਵੱਲ ਜਾਣ ਲੱਗੇ ਸੀ ਬੰਦੇ, ਉਹ ਸਾਰੇ ਜਿਹੜੇ ਮੁਸਲਮਾਨ ਸੀ ਉਹ ਜਾਣ ਲੱਗੇ। ਉਹਦੇ ਵਿੱਚ ਬਹੁਤ ਸਾਰੇ ਮੁਸਲਮਾਨ ਇੱਥੇ ਰਹਿ ਗਏ ਸੀ, ਲੇਕਿਨ ਹਿੰਦੂ ਪਾਕਿਸਤਾਨ ਤੋਂ ਟੋਟਲੀ ਖਾਲੀ ਹੋ ਕੇ ਇੱਧਰ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਉਹਦੀ ਜਿਹੜੀ ਡਿਮਾਂਡ ਸੀ ਪਾਕਿਸਤਾਨ ਦੀ ਉਹ ਸੀਗੀ ਕਿ ਵੀ ਇੱਕ ਮੁਸਲਿਮ ਰਾਸ਼ਟਰ ਬਣੇਗਾ ਉੱਥੇ, ਮੁਸਲਿਮ ਇੱਕ ਸਪੈਸੀਫਿਕ ਇੱਕ ਰਿਲੀਜਨ ਦਾ ਉਹ ਕੰਟਰੀ ਬਣੇਗੀ। ਤੇ ਉਹਦੇ ਵਿੱਚ ਜਿਹੜਾ ਹਾਲ ਹੋਇਆ, ਕਈ ਤੇ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਕਈਆਂ ਦੇ ਆਪਣੇ ਉੱਥੇ ਵਿਛੜ ਗਏ, ਕਈਆਂ ਦੇ ਬੱਚੇ ਰਹਿ ਗਏ, ਕਿਸੇ ਦੀ ਭੈਣ ਰਹਿ ਗਈ, ਕਿਸੇ ਦੀ ਮਾਂ ਰਹਿ ਗਈ। ਉਹਦੇ ਬਹੁਤ ਦਰਦਨਾਕ ਮੰਜ਼ਰ ਲੋਕਾਂ ਨੇ ਦੇਖਿਆ ਹੈ। ਕਈ ਲੋਕਾਂ ਨੇ ਆਪਣੀਆਂ ਕੁੜੀਆਂ, ਆਪਣੀਆਂ ਧੀਆਂ, ਆਪਣੀਆਂ ਨੂੰਹਾਂ ਆਪਣੇ ਹੱਥੋਂ ਮਾਰੀਆਂ, ਤਾਂ ਇਹ ਕਿਸੇ ਕਬਾਲੀਆਂ ਦੇ ਹੱਥ ਲੱਗ ਜਾਣ, ਕਿਸੇ ਐਸੇ ਲੋਕਾਂ ਦੇ ਹੱਥ ਨਾਲ ਲੱਗ ਜਾਣ ਜਿਹਨਾਂ ਨਾਲ ਕੋਈ ਦੁਰਵਰਤੋਂ ਕਰਨ, ਉਹਨਾਂ ਨਾਲ ਕੋਈ ਬਲਾਤਕਾਰ ਹੋਵੇ, ਉਹਨਾਂ ਨਾਲ ਕੋਈ ਗਲਤ ਵਿਵਹਾਰ ਹੋਵੇ। ਉਹ ਸਭ ਬੜਾ ਖਤਰਨਾਕ, ਮਤਲਬ ਹਲੇ ਵੀ ਜੇ ਤੁਸੀਂ ਚਿੱਤਰ ਦੇਖੋਗੇ ਥੋੜੀ ਅੱਖਾਂ 'ਚ ਹੰਝੂ ਆ ਜਾਣਗੇ। ਇੱਥੇ ਕਈ ਜਿਹੜੀ ਮਾਵਾਂ ਦੀਆਂ ਫੋਟੋਆਂ ਨੇ ਜਿਹੜੇ ਵਿਚਾਰੇ ਆਪਣੇ ਬੱਚੇ ਨੂੰ ਬੜੀ ਮੁਸ਼ਕਿਲ ਨਾਲ ਪਾਲ ਰਹੀਆਂ। ਕਈ ਬੰਦੇ ਤੁਸੀਂ ਦੇਖੋ ਕੱਪੜੇ ਵੀ ਹੈ ਨਹੀਂ ਗੇ ਤਨ ਤੇ, ਆ ਦੇਖੋ ਇਹਨਾਂ ਦੇ ਬਦਨ ਤੇ ਕੱਪੜੇ ਵੀ ਹੈ ਨਹੀਂ। ਇਹ ਜਿਹਾ ਮਾਹੌਲ ਜਿਹੜਾ ਬਣਾਤਾ ਸੀ ਪਾਕਿਸਤਾਨ ਤੋਂ, ਜਿਹੜੇ ਆਪਣੇ ਬੰਦੇ ਇੱਧਰ ਇੰਡੀਆ 'ਚ ਭੱਜ ਕੇ ਆਏ। ਤੇ ਇਸ ਸਾਰੀ ਚੀਜ਼ ਨੂੰ ਅੱਜ ਦੀ ਜਨਰੇਸ਼ਨ ਨੂੰ, ਅੱਜ ਦੇ ਬੱਚਿਆਂ ਨੂੰ, ਕਿਉਂਕਿ ਕਹਿੰਦੇ ਜਿਹੜੀ ਜਨਰੇਸ਼ਨ ਆਪਣਾ ਇਤਿਹਾਸ ਭੁੱਲ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਤੇ ਸਾਡੀ ਜਨਰੇਸ਼ਨ ਨੂੰ ਆਪਣਾ ਇਤਿਹਾਸ ਪਤਾ ਰਵੇ, ਆਪਣੇ ਦੇਸ਼ ਬਾਰੇ ਗਿਆਨ ਰਵੇ, ਇਸ ਵਾਸਤੇ ਆਪਾਂ ਇਹ कार्यक्रम किया। ਕਹਿੰਦੇ ਨੇ ਜਦੋਂ ਟ੍ਰੇਨ ਦਾ ਹਾਦਸਾ ਹੋਇਆ ਸੀ, ਕਹਿੰਦੇ ਟ੍ਰੇਨ ਜਦੋਂ ਵਾਘਾ ਬਾਰਡਰ ਤੇ ਪਹੁੰਚੀ ਸੀ, ਜਦੋਂ ਪਾਕਿਸਤਾਨ ਦੀ ਟ੍ਰੇਨ ਇੱਧਰ ਪਹੁੰਚੀ ਸੀ, ਉਸ ਸਮੇਂ ਬਹੁਤ ਜ਼ਿਆਦਾ ਕਹਿੰਦੇ ਨੇ ਜਿਹੜੀਆਂ ਲਾਸ਼ਾਂ ਹੀ ਕਹਿੰਦੇ ਗੱਡੀ ਦੇ ਵਿੱਚ ਕਹਿੰਦੇ ਪਾਈਆਂ ਗਿਆ ਸੀ ਸਾਰੇ ਟ੍ਰੇਨਾਂ ਦੀ। ਮੈਂ ਤੁਹਾਨੂੰ ਦੱਸਦਾ ਸੱਚਾਈ ਬਿਲਕੁਲ, ਜਿਹੜੇ ਆਪਣੇ ਪਾਕਿਸਤਾਨ ਤੋਂ ਆਏ ਨੇ ਬੰਦੇ ਜਿਹੜੇ ਦੱਸਦੇ ਆ, ਉਹ ਇਹ ਕਹਿੰਦੇ ਕਿ ਪਾਕਿਸਤਾਨ ਤੋਂ ਟ੍ਰੇਨ ਇੱਕ ਮਿਸਟਰ ਮਹਿਤਾ ਹੈ ਕੁਰੂਕਸ਼ੇਤਰ ਰਹਿੰਦੇ ਹੈ,
ਉਹ ਕਹਿੰਦੇ ਵੀ ਜਦੋਂ ਆਪਾਂ ਟ੍ਰੇਨ ਚੜ੍ਹੇ ਪਾਕਿਸਤਾਨ ਤੋਂ 900 ਬੰਦਾ ਸੀ ਟ੍ਰੇਨ ਦੇ ਵਿੱਚ, ਰਸਤੇ 'ਚ ਟ੍ਰੇਨ ਰੋਕ ਲਈ, 300 ਕੁੜੀਆਂ ਜਿਹੜੀਆਂ 13 ਸਾਲ ਤੋਂ ਲੈ ਕੇ ਔਰ 30 ਸਾਲ ਤੱਕ ਦੀ ਕੁੜੀਆਂ ਸੀਗੀਆਂ ਉਹ ਸਭ ਉਹਨਾਂ ਨੇ ਕੱਢ ਲਈਆਂ ਵਿੱਚੋਂ, ਕੱਢ ਕੇ ਅਲੱਗ ਲੈ ਗਏ ਉਹਨਾਂ ਨੇ ਐਬਡਕਸ਼ਨ ਅਪਹਰਨ ਕਰਤਾ, ਉਹਨਾਂ ਨੂੰ ਲੈ ਗਏ ਆਪਣੇ ਨਾਲ ਲੈ ਗਏ। ਉਹਦੇ ਬਾਅਦ ਜਿਹੜੇ ਬਾਕੀ ਬੰਦੇ ਸਾਰੇ ਮਾਰਤੇ। ਉਹ ਕਹਿੰਦੇ ਮੈਂ ਤੇ ਮੇਰਾ ਚਾਚਾ ਆਪਾਂ ਲਾਸ਼ ਦੇ ਪਿੱਛੇ ਲੁਕ ਗਏ ਸੀ, ਲਾਸ਼ ਦੇ ਪਿੱਛੇ ਦਬ ਗਏ ਸੀ, ਇਸ ਕਾਰਨ ਬਚ ਕੇ ਆਪਾਂ ਹਿੰਦੁਸਤਾਨ ਪਹੁੰਚੇ ਹਾਂ। ਤੇ ਇਹ ਹਾਲਾਤ ਹੋਇਆ ਜਿਹੜੀ ਪਾਕਿਸਤਾਨ ਤੋਂ ਇੰਡੀਆ ਟ੍ਰੇਨ ਆਈ ਹੈ, ਸਾਰੀਆਂ ਉਹਨਾਂ 'ਚ ਬੰਦੇ ਨਹੀਂ ਆਏ, ਲਾਸ਼ਾਂ ਆਈਆਂ ਔਰ ਲਾਸ਼ਾਂ ਵੀ ਜਾਣ ਕੇ ਭੇਜੀਆਂ ਗਈਆਂ। ਉਹਦੇ ਉੱਪਰ ਲਿਖਿਆ ਹੁੰਦਾ ਸੀ ਕਿ ਪਾਕਿਸਤਾਨ ਵੱਲੋਂ ਹਿੰਦੁਸਤਾਨ ਨੂੰ ਤੋਹਫਾ। ਤੇ ਇੰਨਾ ਖਤਰਨਾਕ ਮੰਜ਼ਰ ਇਸ ਦੇਸ਼ ਨੇ ਦੇਖਿਆ ਹੈ, ਇੰਨਾ ਖਤਰਨਾਕ ਮੰਜ਼ਰ ਸਾਡੀਆਂ ਪਹਿਲੇ ਵਾਲੀ ਪੀੜ੍ਹੀਆਂ ਨੇ ਦੇਖਿਆ ਹੈ। ਤੇ ਅੱਗੇ ਕਰੀਬ ਇਹਦੇ ਬਾਅਦ ਕਦੀ ਫਿਊਚਰ 'ਚ ਇਹੋ ਜਿਹਾ ਕੰਮ ਨਾ ਹੋਵੇ, ਇਸ ਵਾਸਤੇ ਆਪਾਂ ਅਵੇਅਰ ਰਹੀਏ, ਆਪਾਂ ਜਾਣਕਾਰ ਰਹੀਏ, ਹਰ ਸਮੇਂ ਸਜਗ ਰਹੀਏ। ਮਤਲਬ ਅਸੀਂ ਜਿਹੜੀ ਆਜ਼ਾਦੀ, ਜਿਹੜੇ ਸਾਡੇ ਸ਼ਹੀਦਾਂ ਨੇ ਆਜ਼ਾਦੀ ਦਵਾਈ ਹੈ, ਉਹਨਾਂ ਨੂੰ ਹਮੇਸ਼ਾ ਯਾਦ ਰੱਖੀਏ, ਕਿਉਂਕਿ ਇੱਕ ਇਹ ਵੀ ਬੜਾ ਵੱਡਾ ਸਵਾਲ ਹੈਗਾ, ਜਿਨ੍ਹਾਂ ਨੇ ਆਜ਼ਾਦੀ ਦਵਾਈ ਉਹਨਾਂ ਦੇ ਪੁਰਖੇ ਵੀ ਅੱਜ ਸ਼ਾਇਦ ਵਿਚਾਰੇ ਬਿਨਾਂ ਨੌਕਰੀਆਂ ਤੋਂ ਵਿਚਾਰੇ ਦਰ ਧੱਕੇ ਖਾ ਰਹੇ ਨੇ, ਉਹਨਾਂ ਕੋਲ ਖਾਣ ਤੱਕ ਦਾਣੇ ਨਹੀਂ ਹੈਗੇ, ਤਾਂ ਅਸੀਂ ਵੱਡੇ ਵੱਡੇ ਤਿਉਹਾਰ ਵੀ ਮਨਾ ਰਹੇ ਹਾਂ। ਦੇਖੋ ਬਹੁਤ ਸਾਰੀ ਇਹੋ ਜਿਹੀਆਂ ਜਿਹੜੀ ਸ਼ੁਰੂਆਤੀ ਸਰਕਾਰਾਂ ਰਹੀਆਂ ਉਹਨਾਂ ਦੀ ਗਲਤੀਆਂ ਰਹੀਆਂ, ਕਿਉਂਕਿ ਜੋ ਲੋਕ ਜਿਹੜੇ ਹੀਰੋ ਸੀ ਸਾਡੇ ਆਜ਼ਾਦੀ ਦੇ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ, ਉਹਨਾਂ ਨੂੰ ਆਪਾਂ ਤਰੀਕੇ ਨਾਲ ਉਸ ਹਿਸਾਬ ਨਾਲ ਉਹਨਾਂ ਦਾ ਜੋ ਦੇਣਦਾਰੀ ਸੀ ਦੇ ਨਹੀਂ ਪਾਏ। ਔਰ ਉਹਦਾ ਹੀ ਕਾਰਨ ਇਹ ਹੋਇਆ ਕਿ ਸਾਡੇ ਕਈ ਹੀਰੋਜ਼ ਅਨਸੰਗ ਰਹਿ ਗਏ। ਅਨਸੰਗ ਨਹੀਂ, ਜਿਨ੍ਹਾਂ ਬਾਰੇ ਹੁਣ ਆਪਾਂ ਨੂੰ ਪਤਾ ਵੀ ਹੈ ਨਹੀਂ ਕਿੱਥੇ ਗਏ ਉਹ। ਤੇ ਹਲੇ ਵੀ ਅੱਜ ਵੀ ਅਸੀਂ ਹੁਣ ਇਸ ਗੱਲ ਤੇ ਪੂਰਾ ਧਿਆਨ ਦਿੰਦੇ ਕਿ ਹਲੇ ਵੀ ਕੋਈ ਇਹੋ ਜਿਹਾ ਬੰਦਾ, ਕੋਈ ਪਰਿਵਾਰ, ਚਾਹੇ ਉਹ ਪੀੜਿਤ ਹੈ, ਚਾਹੇ ਉਹ ਜਿਹੜਾ ਬਲਦਾਨੀ ਪਰਿਵਾਰ ਉਸ 'ਚੋਂ ਕੋਈ ਹੁੰਦਾ ਹੈ, ਉਹਦੀ ਜਾਣਕਾਰੀ ਸਰਕਾਰ ਨੂੰ ਭੇਜਦੇ ਹਾਂ ਔਰ ਸਰਕਾਰ ਵੱਲੋਂ ਉਹਨੂੰ ਪੂਰਾ ਸਨਮਾਨ ਦਿੱਤਾ ਜਾਂਦਾ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਤਸਵੀਰਾਂ ਦਿਖਾਉਂਦੇ ਆ, ਸਰ ਨੇ ਜੋ ਨੌਲੇਜ ਦਿੱਤੀ ਹੈ, ਇਹ ਉਹ ਤਸਵੀਰਾਂ ਨੇ ਜਦੋਂ ਆਜ਼ਾਦੀ ਦੇ ਸਮੇਂ ਜਦੋਂ ਵਿਛੋੜੇ ਪਏ, ਤਾਂ ਕਿਸੇ ਦੀ ਤੁਸੀਂ ਦੇਖ ਸਕਦੇ ਹੋ ਇੰਨੇ ਰਸ਼ ਦੇ ਵਿੱਚ, ਜੇਕਰ ਕਿਸੇ ਦੀ ਇੱਕ ਬਾਂਹ, ਕਿਸੇ ਦੀ ਉਂਗਲ ਛੁੱਟ ਜਾਂਦੀ ਸੀ ਤਾਂ ਉਹ ਵਿਚਾਰਾ ਉੱਥੋਂ ਦਾ ਉੱਥੇ ਹੀ ਰਹਿ ਗਿਆ, ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਸੀ। ਤੇ ਜਿਹੜੀਆਂ ਕੁੜੀਆਂ ਸੀ ਉਹਨਾਂ ਨੂੰ ਫੜ ਲਿਆ ਗਿਆ, ਬਹੁਤ ਅਤਿਆਚਾਰ ਹੋਏ। ਤਾਂ ਟ੍ਰੇਨਾਂ ਤੁਸੀਂ ਦੇਖੋ, ਟ੍ਰੇਨਾਂ ਦੇ ਵਿੱਚ ਆ ਕੇ ਵੀ ਕਹਿੰਦੇ ਨੇ ਉਸ ਸਮੇਂ ਨੌਜਵਾਨ ਜਿਹੜੇ ਧੱਕੇ ਨਾਲ ਥੱਲੇ ਡਿੱਗ ਗਏ ਜਾਂ ਉੱਥੇ ਅੜੇ ਰਹੇ, ਤਾਂ ਉਹਨਾਂ ਦੀਆਂ ਕਹਿੰਦੇ ਲਾਸ਼ਾਂ ਉੱਥੇ ਮਿਲੀਆਂ। ਤੇ ਇਹ ਤਸਵੀਰਾਂ ਆਪਣੇ ਆਪ 'ਚ ਬਿਆਨ ਕਰ ਰਹੀਆਂ। ਇੱਧਰ ਤਸਵੀਰ ਦੇਖੋ, ਕਿੰਨੀ ਭਾਵੁਕ ਤਸਵੀਰ ਹੈਗੀ ਹੈ। ਇੱਕ ਬਜ਼ੁਰਗ ਆਪਣੀ ਪਤਨੀ ਨੂੰ ਸ਼ਾਇਦ ਜਾਂ ਆਪਣੀ ਭੈਣ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਲਿਆਂਦਾ ਹੋਇਆ। ਇਹ ਮੰਜ਼ਰ ਜਿਹੜਾ ਉਸ ਸਮੇਂ ਬਣਿਆ ਹੋਣਾ, ਤਾਂ ਉਸ ਮੰਜ਼ਰ ਨੇ ਕੀ ਕੁਛ ਲੋਕਾਂ ਦੇ ਅੰਦਰ ਪੈਦਾ ਹੋਣਾ। ਇਹ ਦੇਖੋ, ਇਹ ਤਸਵੀਰ ਕੋਲ ਇੱਕ ਕਟੋਰੀ ਪਈ ਹੈ ਤੇ ਮਾਂ ਸ਼ਾਇਦ ਜਿੰਦੀ ਹੈ ਜਾਂ ਮੋਈ ਹੈਗੀ ਹੈ, ਤਾਂ ਉਸ ਦਾ ਬੱਚਾ ਦੇਖੋ ਉਸ ਕਟੋਰੀ ਦੇ ਵੱਲ ਝਾਕ ਰਿਹਾ। ਤਾਂ ਕੋਲ ਦੇਖੋ ਇਹ ਸਾਰੇ, ਇਹ ਕੁਝ ਪਰਿਵਾਰ, ਜਿਹੜੇ ਪਰਿਵਾਰ ਉੱਜੜ ਕੇ ਤਨ ਤੇ ਕੱਪੜੇ ਤੱਕ ਨਹੀਂ ਹੈਗੇ। ਤਾਂ ਇਹ ਤਸਵੀਰਾਂ, ਇੱਕ ਮਾਂ ਆਪਣੇ ਪੁੱਤ ਨੂੰ ਦੁੱਧ ਪਿਆ ਰਹੀ ਹੈ, ਪਰ ਤੁਸੀਂ ਉਹਦੇ ਅੱਖਾਂ ਦੇ ਉੱਤੇ ਜੋ ਇਸ ਸਮੇਂ ਦੁੱਖ ਹੈਗਾ, ਉਹ ਇੱਕ ਫੋਟੋ ਵੀ ਬਿਆਨ ਕਰ ਰਹੀ ਹੈ। ਸੋ ਇਹ ਚੀਜ਼ਾਂ ਸਾਨੂੰ ਹਮੇਸ਼ਾ ਯਾਦ ਰੱਖਣੀਆਂ ਪੈਣਗੀਆਂ, ਕਿਉਂਕਿ ਸਾਡੀ ਜਨਰੇਸ਼ਨ ਬਹੁਤ ਜਲਦੀ ਚੀਜ਼ਾਂ ਨੂੰ ਭੁੱਲ ਜਾਂਦੀ। ਜਿਹੜੇ ਸਾਡੇ ਆਜ਼ਾਦੀ ਘੁਲਾਟੀ, ਜਿਨ੍ਹਾਂ ਨੇ ਸਾਨੂੰ ਆਜ਼ਾਦੀਆਂ ਦਵਾਈਆਂ, ਜਿਹੜੇ ਸਾਡੇ ਸ਼ਹੀਦ ਹੋਏ, ਉਹਨਾਂ ਨੂੰ ਹਮੇਸ਼ਾ ਯਾਦ ਰੱਖੋ। ਸਾਡੇ ਨਾਲ ਅਰੁਣ ਸੂਦ ਜੀ ਹੈਗੇ ਨੇ, ਪ੍ਰਦੇਸ਼ ਅਧਿਕਸ਼। ਸਰ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਹਮਦਰਦ ਟੀਵੀ ਤੇ। ਧੰਨਵਾਦ ਜੀ। ਇੱਕ ਇਹ ਤਸਵੀਰਾਂ ਜਿਹੜੀਆਂ ਤੁਸੀਂ ਅੱਜ ਇੱਕ ਸੰਮੇਲਨ ਕਰਾਇਆ, ਤੇ ਨਾ ਤਸਵੀਰਾਂ ਦਾ ਕੀ ਮਹੱਤਵ ਕੀ ਹੈਗਾ, ਜੋ ਅਸੀਂ ਉਜਾੜੀ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ? ਇਹ ਅੱਜ ਇੱਕ NGO ਹੈ, ਇੱਕ ਸਮਾਜਿਕ ਸੰਸਥਾ ਹੈ ਸਕਸ਼ਮ, ਉਹਨਾਂ ਵੱਲੋਂ ਅੱਜ ਇੱਕ ਐਗਜ਼ੀਬਿਸ਼ਨ ਲਗਾਈ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ 2021 ਦੇ ਵਿੱਚ ਇੱਕ ਆਹਵਾਨ ਕੀਤਾ ਸੀ ਵਿਭਾਜਨ ਵਿਭੀਸ਼ਿਕਾ ਦਿਵਸ ਮਨਾਉਣ ਦਾ। 14 ਅਗਸਤ ਨੂੰ 1947 ਦੇ ਵਿੱਚ 14 ਅਗਸਤ ਜਦੋਂ ਪਾਰਟੀਸ਼ਨ ਹੋਈ, ਉਸ ਵਕਤ ਦੇਸ਼ ਨੂੰ 3 ਟੁਕੜਿਆਂ ਦੇ ਵਿੱਚ ਵੰਡ ਦਿੱਤਾ ਗਿਆ। ਕਰੋੜਾਂ ਲੋਕਾਂ ਨੂੰ ਬੰਗਲਾਦੇਸ਼, ਪਾਕਿਸਤਾਨ ਤੋਂ ਜਿਹੜਾ ਹੈਗਾ ਉਹ ਆਪਣਾ ਵਿਸਥਾਪਿਤ ਹੋ ਕੇ ਹਿੰਦੁਸਤਾਨ ਦੇ ਵਿੱਚ ਆਉਣਾ ਪਿਆ। 5 ਤੋਂ 10 ਲੋਕਾਂ ਦੇ ਜਿਹੜੀ ਹੱਤਿਆ ਕੀਤੀ ਗਈ, ਕਈ ਹਜ਼ਾਰਾਂ ਸਾਡੀਆਂ ਮਾਂ ਬੇਟੀਆਂ ਦੇ ਨਾਲ ਬਲਾਤਕਾਰ ਹੋਏ, ਲੋਕਾਂ ਨੂੰ ਆਪਣੇ ਜਾਨ ਮਾਲ ਤੋਂ ਗਵਾਉਣਾ ਪਿਆ। ਇਸ ਕਰਕੇ ਪ੍ਰਧਾਨ ਮੰਤਰੀ ਜੀ ਨੇ ਇੱਕ ਆਹਵਾਨ ਕੀਤਾ ਕਿ ਇਹ ਜਿਹੜਾ ਦਰਦ ਸੀ, ਉਸ ਵੇਲੇ ਦਾ ਸੰਤਾਪ ਸੀਗਾ, ਉਹ ਹਮੇਸ਼ਾ ਦੇਸ਼ ਵਾਸੀਆਂ ਦੇ ਦਿਲੋਂ ਦਿਮਾਗ ਦੇ ਵਿੱਚ ਜਿੰਦਾ ਰਵੇ। ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਇੱਕ ਆਹਵਾਨ ਕੀਤਾ, ਔਰ ਇਹ ਜਿੰਦਾ ਇਸ ਕਰਕੇ ਰੱਖਣਾ ਤਾਂ ਕਿ ਫਿਰ ਤੋਂ ਕੋਈ ਇਸ ਦੇਸ਼ ਦੇ ਟੁਕੜੇ ਕਰਨ ਦੇ ਬਾਰੇ ਆਪਣੇ ਸਵਾਰਥਾਂ ਦੇ ਲਈ ਉਹ ਕੋਈ ਸੋਚ ਨਾ ਸਕੇ। ਔਰ ਇਸ ਕਰਕੇ ਜਿਹੜੀ ਹੈ ਐਗਜ਼ੀਬਿਸ਼ਨ ਅਸੀਂ ਉਸ ਸੰਸਥਾ ਨੇ ਲਗਾਈ ਹੈ। ਔਰ ਕਈ ਹੋਰ ਕਾਰਜਕ੍ਰਮ ਵੀ ਹੋ ਰਹੇ ਆ। ਅੱਜ ਅਸੀਂ ਪਾਰਟੀ ਆਫਿਸ ਵੀ, ਇੱਕ ਬੜੇ ਵੱਡੇ ਇਤਿਹਾਸਕਾਰ ਜਿਹੜੇ ਨੇ ਆ ਕੇ ਇਸ ਸਾਰੇ ਇਤਿਹਾਸ ਬਾਰੇ ਦੱਸਣਗੇ ਕਿ ਕਿਸ ਤਰੀਕੇ ਨਾਲ ਲੋਕਾਂ ਤੇ ਜ਼ੁਲਮ ਤਸ਼ੱਦਦ ਹੋਈ ਹੈ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਸ਼ਾਮ ਨੂੰ ਅਸੀਂ ਇੱਕ ਮੌਨ ਕੈਂਡਲ ਮਾਰਚ ਲਗਾ ਕੇ ਜਿਹੜੇ ਲੋਕ ਉਸ ਵਕਤ ਜਿਨ੍ਹਾਂ ਨੇ ਉਹ ਦੁੱਖ ਝੇਲਣਾ ਪਿਆ, ਉਹਨਾਂ ਦੇ ਪ੍ਰਤੀ ਆਪਣੇ ਸ਼ਰਧਾ ਦੇ ਸੁਮਨ ਵੀ ਭੇਟ ਕਰਾਂਗੇ। ਸੈਕਟਰ 34 ਔਰ 35 ਦੇ ਵਿੱਚ ਅਸੀਂ ਕੱਢਾਂਗੇ। ਸੋ ਇਹ ਫੋਟੋਆਂ ਬਾਰੇ ਥੋੜਾ ਜ਼ਿਕਰ ਕਰਕੇ ਦੱਸੋ, ਕਿਉਂਕਿ ਤੁਸੀਂ ਤੁਹਾਡੀ ਜਦੋਂ ਇਹ ਪਾਰਟੀਸ਼ਨ ਹੋਈ ਹੈ ਜੀ, ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਇਹ ਬਜ਼ੁਰਗ ਲੋਕ ਇੰਜਨਾਂ ਦੇ ਉੱਤੇ ਬੈਠੇ ਨੇ।
ਇਹ ਕਿਸ ਤਰੀਕੇ ਦੇ ਨਾਲ ਲੋਕ ਮਾਈਗ੍ਰੇਟ ਹੋ ਰਹੇ ਨੇ ਵੱਡੀ ਵੱਡੀ ਤਾਦਾਦ ਦੇ ਵਿੱਚ। ਇਹ ਛੋਟੇ ਛੋਟੇ ਬੱਚੇ ਜਿਹੜੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਲੋਕ ਪੈਦਲ ਆਏ ਨੇ, ਔਰ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਸੰਤਾਪ ਸਹਿਣਾ ਪਿਆ, ਜਿਹਨੂੰ ਜਿੱਥੇ ਜਗ੍ਹਾ ਮਿਲੀ ਹੈ ਉਸੇ ਜਗ੍ਹਾ ਤੇ ਆਪਣੇ ਬੁੱਢੇ ਮਾਂ-ਬਾਪ ਨੂੰ ਕੰਧਿਆਂ ਤੇ ਲੈ ਕੇ ਲੋਕ ਲੈ ਕੇ ਆ ਰਹੇ ਨੇ। ਔਰ ਲੋਕਾਂ ਨੇ ਇਹ ਬਹੁਤ ਵੱਡਾ ਦਰਦ ਸਿਆ, ਜਿਸ ਇਸ ਦਰਦ ਨੂੰ, ਇਸ ਜ਼ੁਲਮ ਨੂੰ ਜਿਹੜਾ ਹੈਗਾ, ਇੱਕ ਮਾਂ ਦੇ ਬੱਚੇ ਨੂੰ ਦੁੱਧ ਪਿਆਰੀ ਤਾਂ ਦੀ ਸ਼ਕਲ ਦੇਖੋ, ਸ਼ਕਲ ਤੇ ਵੀ ਕਿੰਨਾ ਦਰਦ, ਕਿੰਨੇ ਜੀ ਪਿਛਾ ਰਹਿ ਗਏ ਹੋਣਗੇ। ਇਹ ਦੇਖਿਓ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਦਰਦ ਜਿਹੜਾ ਹੈ ਝੇਲਦਾ ਪਿਆ। ਇੱਥੇ ਦੇਖੋ ਤੁਸੀਂ, ਲੋਕਾਂ ਦੇ ਕੋਲ ਕੱਪੜੇ ਨਹੀਂ ਹੈ, ਲੋਕਾਂ ਦੇ ਕੋਲ ਖਾਣਾ ਨਹੀਂ ਹੈ, ਲੋਕਾਂ ਦੇ ਕੋਲ ਕੋਈ ਕਿਸੇ ਪ੍ਰਕਾਰ ਦਾ ਇਹ ਜ਼ੁਲਮ ਤਸ਼ੱਦਦ ਜਿਹੜਾ ਹੈ, ਕਾਂਗਰਸ ਪਾਰਟੀ ਇਸ ਦੇ ਲਈ ਜ਼ਿੰਮੇਵਾਰ ਹੈ ਜੀ। ਮਤਲਬ ਬਿਲਕੁਲ ਜੋ ਤੁਹਾਡਾ ਮਕਸਦ ਇਹ ਹੈਗਾ ਕਿ ਜਿਹੜੀ ਜਨਰੇਸ਼ਨ ਹੈਗੀ ਉਹ ਇਸ ਨੂੰ ਯਾਦ ਰੱਖੇ ਹਮੇਸ਼ਾ। ਇਸ ਦੇ ਪਿੱਛੇ ਕੀ ਕਾਰਨ ਕੀ ਰਿਹਾ ਡਿਵਾਈਡੇਸ਼ਨ ਜੇ ਅਸੀਂ ਗੱਲ ਕਰੀਏ ਤਾਂ? ਨਹੀਂ, ਇਸ ਦੇ ਪਿੱਛੇ ਕਾਰਨ ਸਾਰੇ ਦੇਸ਼ ਵਾਸੀਆਂ ਨੂੰ ਸਾਫ਼ ਹੈ। ਮਹਾਤਮਾ ਗਾਂਧੀ ਜੀ ਨੇ ਵੀ ਇਹ ਘੋਸ਼ਣਾ ਕੀਤੀ ਸੀਗੀ ਕਿ ਪਾਕਿਸਤਾਨ ਮੇਰੀ ਲਾਸ਼ ਤੇ ਬਣੇਗਾ, ਤੇ ਦੇਸ਼ ਦੇ ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਜਿਹੜਾ ਹੈਗਾ ਕਿਸੇ ਪ੍ਰਕਾਰ ਦਾ ਮੁਸਲਿਮ ਲੀਗ ਜਿਨ੍ਹਾਂ ਨੂੰ ਜਿਹੜਾ ਹੈਗਾ ਉਹ ਸਮਝਾ ਦਿੱਤਾ ਜਾਏਗਾ। ਲੇਕਿਨ ਨਹਿਰੂ ਜੀ ਨੂੰ ਪ੍ਰਧਾਨ ਮੰਤਰੀ ਬਣਨਾ ਸੀ, ਉਹਨਾਂ ਦਾ ਆਪਣਾ ਨਿਹਿਤ ਸਵਾਰਥ ਸੀਗਾ, ਜਿਸ ਕਰਕੇ ਦੇਸ਼ ਨੂੰ 3 ਟੁਕੜਿਆਂ ਦੇ ਵਿੱਚ ਵੰਡ ਦਿੱਤਾ ਗਿਆ। ਇਹ ਵਿਭਾਜਨ ਜਿਹੜਾ ਹੈ ਰੋਕਿਆ ਜਾ ਸਕਦਾ ਸੀ, ਇਹ ਕਰੋੜਾਂ ਲੋਕਾਂ ਨੂੰ ਬੇਘਰ ਹੋਣ ਤੋਂ ਰੋਕਿਆ ਜਾ ਸਕਦਾ ਸੀ, ਸਾਡੀਆਂ ਮਾਵਾਂ ਭੈਣਾਂ ਦੀ ਇੱਜ਼ਤਾਂ ਨੂੰ ਲੁੱਟਣ ਤੋਂ ਬਚਾਇਆ ਜਾ ਸਕਦਾ ਸੀਗਾ, ਕਤਲ ਹੋਣ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਪਰ ਕਾਂਗਰਸ ਪਾਰਟੀ ਨੇ ਆਪਣੇ ਸਵਾਰਥ ਕਰਕੇ ਦੇਸ਼ ਦਾ ਵਿਭਾਜਨ ਕਰਾਇਆ। ਔਰ ਇਹ ਵਿਭਾਜਨ ਵਿਭੀਸ਼ਿਕਾ ਦਿਵਸ ਇਸ ਕਰਕੇ ਮਨਾਉਣਾ ਜ਼ਰੂਰੀ ਹੈ ਤਾਂ ਕਿ ਫੇਰ ਤੋਂ ਕੋਈ ਵਿਅਕਤੀ, ਕੋਈ ਪਾਰਟੀ ਇਸ ਦੇਸ਼ ਨੂੰ ਵਿਭਾਜਿਤ ਕਰਨ ਦੇ ਬਾਰੇ ਸੋਚ ਵੀ ਨਾ ਸਕੇ। ਇਸ ਕਰਕੇ ਦੇਸ਼ ਵਾਸੀਆਂ ਦੇ ਦਿਮਾਗ ਦੇ ਵਿੱਚ ਇਹ ਵਿਭਾਜਨ ਦਾ ਦਰਦ ਹਮੇਸ਼ਾ ਜਿੰਦਾ ਰਹਿਣਾ ਚਾਹੀਦਾ। ਇੱਕ ਸਰ ਅਸੀਂ ਹਾਈ ਲੈਵਲ ਤੇ ਗੱਲ ਕਰੀਏ ਤਾਂ ਜਿਵੇਂ ਦੇਸ਼ ਦੇ ਵਿੱਚ ਕੁਝ ਜਗ੍ਹਾ ਤੇ ਸਮੁਦਾਇਆਂ ਦੀ ਹੋ ਰਹੀਆਂ, ਜਾਂ ਤੁਸੀਂ ਤੇ ਉਹ ਵੀ ਇੱਕ ਤਰ੍ਹਾਂ ਦੇ ਅਸੀਂ ਕਹਿ ਸਕੀਏ ਉਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਆਜ਼ਾਦੀ ਤੋਂ ਬਾਅਦ ਆਪਦੇ ਦੇਸ਼ ਵਿੱਚ ਹੀ ਅਸੀਂ ਲੜ ਰਹੇ ਹਾਂ। ਨਹੀਂ, ਬਿਲਕੁਲ ਮੈਂ ਸਮਝਦਾ ਕਿ ਇਹ ਜਿਹੜਾ ਹੈਗਾ ਇਸ ਪ੍ਰਕਾਰ ਦਾ ਦੰਗਾ ਫਸਾਦ ਇਹਦੀ ਜਗ੍ਹਾ ਨਹੀਂ ਹੈ ਜੀ। ਤੁਸੀਂ ਇਹ ਅੰਦਾਜ਼ਾ ਲਗਾ ਲਓ ਕਿ ਜਦੋਂ ਤੋਂ ਆਪਣਾ ਯੋਗੀ ਸਰਕਾਰ ਯੂਪੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਉੱਥੇ ਅੱਜ ਦੰਗੇ ਨਹੀਂ ਹੁੰਦੇਗੇ। ਨਹੀਂ ਤਾਂ ਕੋਈ ਹੋਲੀ, ਕੋਈ ਮੁਹੱਰਮ, ਕੋਈ ਦੀਵਾਲੀ ਕੋਈ ਦੰਗੇ ਤੋਂ ਬਿਨਾਂ ਨਹੀਂ ਬੀਤਦੀ ਸੀ। ਲੇਕਿਨ ਅੱਜ ਉੱਥੇ ਦੰਗਿਆਂ ਤੇ ਰੋਕ ਲੱਗੀ ਹੈ, ਕਿਉਂਕਿ ਦੰਗੇ ਕਰਾਉਣ ਵਾਲਿਆਂ ਨੂੰ ਜਿਹੜਾ ਹੈਗਾ ਉਸ ਵਕਤ ਬੜਾਵਾ ਦਿੱਤਾ ਜਾਂਦਾ ਸੀ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਂਦਾ ਸੀ। ਅੱਜ ਸਰਕਾਰ ਦੰਗਿਆਂ ਕਰਾਉਣ ਵਾਲਿਆਂ ਦੇ ਘਰਾਂ ਤੇ ਬਲਡੋਜ਼ਰ ਚਲਾਉਂਦੀ ਹੈ। ਔਰ ਉਸੇ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਇੱਕ ਵਿਸ਼ੇਸ਼ ਸਮੁਦਾਇ ਨੂੰ ਭੜਕਾ ਕੇ ਨੂਹ ਦੇ ਵਿੱਚ ਵੀ ਦੰਗੇ ਹੋਏ, ਔਰ ਜਿਹੜਾ ਮਨੀਪੁਰ ਦੇ ਵਿੱਚ ਵੀ ਜਿਹੜੇ ਦੰਗੇ ਹੋਏ ਨੇ ਉਹਦਾ ਇੱਕ ਇਤਿਹਾਸਿਕ ਪਿਛੋਕੜ ਹੈ। ਉੱਥੇ ਮਾਈਗ੍ਰੇਸ਼ਨ ਦੀ ਪ੍ਰੋਬਲਮ ਕਰਕੇ ਜਿਹੜੇ ਦੂਸਰੇ ਬੰਗਲਾਦੇਸ਼ ਔਰ ਹੋਰ ਨਾਲ ਵਾਲੇ ਆਪਣੇ ਵਰਮਾ ਵਗੈਰਾ ਤੋਂ ਰਫੂਜੀ ਆਉਂਦੇ ਨੇ, ਉਹਨਾਂ ਦੇ ਕਰਕੇ ਸਥਾਨੀय ਲੋਕਾਂ ਦੇ ਵਿੱਚ ਰਿਜ਼ੈਂਟਮੈਂਟ ਹੈ। ਸਰਕਾਰ ਆਪਣਾ ਕੰਮ ਕਰ ਰਹੀ ਹੈ, ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾ ਰਹੀ ਹੈ। ਲੇਕਿਨ ਮੈਂ ਸਮਝਦਾ ਕਿ ਕੁਝ ਪਾਰਟੀਆਂ ਜਿਹੜੀਆਂ ਨੇ ਉਹ ਇਸ ਦੰਗਿਆਂ ਦੇ ਉੱਤੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਕੇ ਇਹਨੂੰ ਬੜਾਵਾ ਦਿੰਦੀਆਂ ਨੇ। ਉਸ ਵਕਤ ਬੀਜੇਪੀ ਦੀ ਸਰਕਾਰ ਚਾਹੇ ਮਿਜ਼ੋਰਮ ਦੇ ਵਿੱਚ ਹੈ, ਚਾਹੇ ਹਰਿਆਣਾ ਚ ਹੈ, ਚਾਹੇ ਸੈਂਟਰ ਚ। ਮਨੀਪੁਰ ਚ ਵੇਖੀਏ ਤਾਂ ਸਰਕਾਰ ਤਾਂ ਬੀਜੇਪੀ ਦੀ ਹੈ। ਨਹੀਂ, ਬਿਲਕੁਲ ਸਰਕਾਰ ਬੀਜੇਪੀ ਦੀ ਹੈ। ਅੱਜ ਮਨੀਪੁਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਸਾਡੇ ਲਈ ਮਨੀਪੁਰ ਪ੍ਰਾਇੋਰਟੀ ਤੇ ਹੈ। ਲੋਹੀਆ ਜੀ ਨੇ ਨਹਿਰੂ ਜੀ ਤੇ ਆਰੋਪ ਲਾਇਆ ਸੀ ਕਿ ਤੁਸੀਂ ਮਨੀਪੁਰ ਨੂੰ ਜਾਣਬੁੱਝ ਕੇ ਆਪਣੇ ਸਵਾਰਥਾਂ ਕਰਕੇ ਜਾਣਬੁੱਝ ਕੇ ਉਹਦੀ ਡਿਵੈਲਪਮੈਂਟ ਤੇ ਤੁਸੀਂ ਕੰਪਰੋਮਾਈਜ਼ ਕਰਦੇ ਹੋ। 2014 ਤੋਂ ਪਹਿਲਾਂ ਮਨੀਪੁਰ ਦੇ ਵਿੱਚ ਕੋਈ ਵਿਕਾਸ ਦੇ ਨਾਮ ਦਾ ਕੁਝ ਨਹੀਂ ਹੁੰਦਾ ਸੀ, ਲੋਕਾਂ ਦੇ ਵਿੱਚ ਰਿਜ਼ੈਂਟਮੈਂਟ ਸੀ। ਅੱਜ ਉੱਥੇ ਸ਼ਾਂਤੀ ਵੀ ਹੈ, ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਦਈਏ ਤਾਂ ਉੱਥੇ ਵਿਕਾਸ ਵੀ ਹੈ। ਉੱਥੇ ਰੇਲ ਪਹੁੰਚ ਰਹੀ ਹੈ, ਉੱਥੇ ਜਹਾਜ਼ ਪਹੁੰਚ ਰਿਹਾ, ਉੱਥੇ ਡਿਵੈਲਪਮੈਂਟ ਹੋ ਰਹੀ ਹੈ। ਇਸ ਕਰਕੇ ਮੈਂ ਸਮਝਦਾ ਕਿ ਮਨੀਪੁਰ ਦੇ ਲੋਕ ਵੀ ਸਮਝਦੇ ਨੇ। ਅੱਜ ਮਨੀਪੁਰ ਦੇ ਵਿੱਚ ਲਗਭਗ ਸਭ ਸਟੇਟਾਂ ਦੇ ਵਿੱਚ ਬੀਜੇਪੀ ਜਾਂ ਬੀਜੇਪੀ ਸਮਰਥਿਤ ਸਰਕਾਰਾਂ ਨੇ। ਜੀ ਜੀ, ਥੈਂਕ ਯੂ ਸੋ ਮਚ ਜੀ। ਸੋ ਇਹ ਸੀ ਸਾਡੇ ਨਾਲ ਵਰਨ ਸੂਦ ਜੀ, ਜਿਨ੍ਹਾਂ ਨੇ ਇਸ ਜਿਹੜੀ ਉਜਾੜੇ ਦੀ ਸਾਡੇ ਅੱਗੇ ਜੋ ਪੇਸ਼ਕਸ਼ ਰੱਖੀ ਕਿ ਇਸ ਉਜਾੜੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਦੇਸ਼ ਦਾ, ਤਾਂ ਉਹਨਾਂ ਨੇ ਕੁਝ ਤੰਜ ਵੀ ਕੱਸੇ ਨੇ ਕਿ ਇਹਦੇ ਪਿੱਛੇ ਜੋ ਕਸੂਰਵਾਦ ਹੈਗੇ ਨੇ। ਕੈਮਰਾ ਪਰਸਨ ਸ਼ੇਖ ਦੇ ਨਾਲ ਸੰਦੀਪ ਕੰਬੋਜ, ਚੰਡੀਗੜ੍ਹ ਤੋਂ।